ਜੀ अस्सलाम वालेकुम। ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਸਾਡੀ ਜਿਹੜੀ ਹੈ ਨਾ ਉਹ ਮੁਲਕ ਦੀ ਪਾਲਿਸੀ ਬਣਾਉਂਦਾ ਕੌਣ ਹੈ ਤੇ ਜਿਹੜਾ ਬੰਦਾ ਸਾਡੇ ਮੁਲਕ ਦੀ ਪਾਲਿਸੀ ਬਣਾਉਂਦਾ ਹੈ ਪਤਾ ਨਹੀਂ ਉਹ ਸਮਝ ਨਹੀਂ ਆਉਂਦੀ ਕਿ ਇਸ ਤਰ੍ਹਾਂ ਕਿਉਂ ਕਰ ਰਿਹਾ ਹੈ ਜਿਹੜਾ ਕੁਝ ਇਸ ਟਾਈਮ ਸਾਡੇ ਨਾਲ ਹੋ ਰਿਹਾ ਹੈ। ਸਾਡਾ ਇੱਕ ਜ਼ਰੀ ਮੁਲਕ ਹੈ, ਜ਼ਰਾਤ ਦੇ ਸਿਰ ਦੇ ਉੱਤੇ ਖੜਾ ਹੈ ਮੁਲਕ ਹੈ ਤੇ ਜਿੰਨੇ ਸਾਡੀ ਹਕੂਮਤਾਂ ਦਾ ਜ਼ੋਰ ਲੱਗਦਾ ਹੈ ਨਾ ਉਹ ਜ਼ਰਾਤ ਤੇ ਜ਼ਿਮੀਂਦਾਰ ਨੂੰ ਉਹਨਾਂ ਦਬਾ ਰਹੀਆਂ ਨੇ। ਸਾਡੇ ਇਸ ਮੁਲਕ ਦੀ ਜਿਹੜਾ ਖੁਰਾਕ ਦਾ ਸਭ ਤੋਂ ਵੱਡਾ ਜ਼ਰੀਆ ਹੈ ਉਹ ਸਾਡੀ ਗੰਦਮ ਦੀ ਫਸਲ ਹੈ ਤੇ ਉਹ ਗੰਦਮ ਦੀ ਫਸਲ ਕਿ ਜਿਹੜੀ ਪਿਛਲੇ 2 ਸਾਲਾਂ ਤੋਂ ਅਸੀਂ ਬਾਹਰੋਂ ਮੰਗਵਾ ਕੇ ਉਹ ਇੱਥੇ ਪੂਰੀ ਕਰ ਰਹੇ ਹਾਂ ਤੇ ਬਾਹਰੋਂ ਮੰਗਵਾਉਣ ਵਾਸਤੇ ਪੈਸੇ ਅਸੀਂ IMF ਕੋਲ ਲੈ ਰਹੇ ਹਾਂ ਤੇ ਇਸ ਟਾਈਮ ਜਿਸ ਟਾਈਮ ਕਿ ਉਹ ਫਸਲ ਪੀਕ ਤੇ ਵੇ, ਉਹ ਫਸਲ ਤਕਰੀਬਨ ਅੱਧੇ ਪੰਜਾਬ ਨੇ ਲਾਈ ਹੋਈ ਹੈ ਤੇ ਉਸ ਫਸਲ ਦੀ ਬਿਹਤਰ ਪੈਦਾਵਾਰ ਵਾਸਤੇ ਸਾਡੀ ਸਰਕਾਰ ਜਿਹੜੀ ਹੈ ਉਹ ਜ਼ਿਮੀਂਦਾਰਾਂ ਨੂੰ ਖਾਦ ਨਹੀਂ ਮੁਹੱਈਆ ਕਰ ਸਕ ਰਹੀ। ਔਰ ਐਵੇਂ ਦੇ ਬੇਤੁਕੇ ਜਿਹੇ ਬਿਆਨ ਦਿੰਦੇ ਨੇ ਸਾਡੇ ਬਹੁਤ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਹੋਏ ਲੋਕ, ਜਿਨ੍ਹਾਂ ਦੀ ਯਕੀਨ ਕਰੋ ਇੱਕ ਆਮ ਜਿਹੇ ਫਾਰਮਰ ਨੂੰ ਹੀ ਸਮਝ ਨਹੀਂ ਆਉਂਦੀ ਕਿ 2-4 ਕੰਪਨੀਆਂ ਨੇ ਪੂਰੇ ਸਾਡੇ ਮੁਲਕ ਵਿੱਚ, ਉਹਨਾਂ ਦੀ ਪਾਲਿਸੀ ਠੀਕ ਨਹੀਂ ਹੋ ਰਹੀ। ਅਗਰ ਡੀਲਰ ਕੋਲ ਚਲੇ ਜਾਓ ਡੀਲਰ ਸੱਚਾ ਹੈ, ਕੰਪਨੀ ਕੋਲ ਚਲੇ ਜਾਓ ਕੰਪਨੀ ਸੱਚੀ ਹੈ, ਵਜ਼ੀਰ ਆਲਾ ਸਾਹਿਬ ਆਉਂਦੇ ਨੇ ਉਹ ਸੱਚੇ ਨੇ, ਝੂਠਾ ਤਾਂ ਫਿਰ ਜ਼ਿਮੀਂਦਾਰ ਹੀ ਹੈ ਵਿਚਾਰਾ। ਠੀਕ ਹੈ ਨਾ ਜੀ। ਪਰ ਮੈਂ ਇਹੋ ਹੀ ਆਖਾਂਗਾ, ਖੁਦਾ ਦਾ ਨਾ ਮੰਨੋ, ਕਿਉਂ ਤੁਸੀਂ ਗਰੀਬ ਨੂੰ ਭੁੱਖਿਆ ਮਾਰਨਾ ਹੈ? ਅਗਰ ਇਹ ਕਣਕ ਦੀ ਫਸਲ ਨਾਲ 19-20 ਹੋ ਗਿਆ, ਅਸੀਂ ਕਿਸ ਤਰ੍ਹਾਂ ਆਪਣੀ ਇਹ ਜ਼ਰੂਰਤ ਪੂਰੀ ਕਰਾਂਗੇ? ਕਿੰਨੀ ਕੁ ਅਸੀਂ ਰੂਸ ਜਾਂ ਦੂਸਰੇ ਮੁਲਕਾਂ ਕੋਲ ਮੰਗਵਾ ਲਾਂਗੇ ਤੇ ਕਿੰਨਾ ਕੁ ਸਾਡੇ ਕੋਲ ਇਸ ਟਾਈਮ ਜ਼ਰੇ ਮੁਬਾਦਲਾ ਹੈ? ਬਜਾਏ ਅਸੀਂ ਬਾਹਰੋਂ ਮੰਗਵਾਉਣ ਦੇ ਇਹ ਕਿਉਂ ਨਹੀਂ ਸੋਚਦੇ ਕਿ ਜਿੰਨੀ ਕੁ ਸਾਡੇ ਕੋਲ ਇੱਥੇ ਗੰਦਮ ਇਸ ਦਫਾ ਕਾਸ਼ਤ ਹੈ, ਜਿੰਨਾ ਕੁ ਸਾਡਾ ਕਾਸ਼ਤਕਾਰ ਮਿਹਨਤੀ ਹੈ, ਅਸੀਂ ਇਸ ਤੋਂ ਡਬਲ ਬਾਹਰ ਦੂਸਰੇ ਮੁਲਕਾਂ ਨੂੰ ਵੇਚ ਕੇ ਡਾਲਰ ਕਮਾ ਸਕਨੇ ਆ, ਪੈਸਾ ਕਮਾ ਸਕਨੇ ਆ। ਲੇਕਿਨ ਗੱਲ ਇਹ ਵੇ ਕਿ ਗੱਲ ਆ ਕੇ ਸਾਡੀ ਮੁੱਕਦੀ ਉੱਥੇ ਹੀ ਹੈ ਜਿੱਥੋਂ ਸ਼ੁਰੂ ਹੋਈ ਸੀ। ਜਿਹੜਾ ਪਾਲਿਸੀ ਬਣਾ ਰਿਹਾ ਹੈ ਕੋਈ ਸਮਝ ਨਹੀਂ ਆ ਰਹੀ ਕਿ ਕਿਸ ਤਰ੍ਹਾਂ ਬਣਾ ਰਿਹਾ ਹੈ।